हम आपको एक ऐसे समाज की कहानी बताने जा रहे हैं जिसे समय समय पर सरकारों ने धोखा दिया है। अंग्रेजों द्वारा उन पर जराइम पेशा एक्ट लगाया गया था। 15 अगस्त 1947 को पूरा भारत आज़ाद हो गया था। लेकिन 193 कबीले ऐसे थे जिन्होंने कभी अंग्रेजों की गुलामी नहीं मानी और जंगलों में जाकर वहीं पर अपना रेहन बसेरा का फैसला किया। हम बात कर रहे हैं सांसी बोड़िया और अन्य जनजातियों की, जो 5 साल 16 दिन बाद यानी 31 अगस्त 1952 को आज़ाद हुए थे। और इस समाज के लोग आज भी 15 अगस्त नहीं 31 अगस्त को मनाते हैं अपना आज़ादी दिवस। अली नज़र टीवी देख रहे दर्शकों का स्वागत है। ਅਸੀਂ ਅੱਜ ਪਹੁੰਚੇ ਹਾਂ ਰਾਸ਼ਟਰੀ ਸਾਂਸਮਲ ਸਾਂਸੀ ਸਮਾਜ ਸੰਘ ਦੇ ਨੈਸ਼ਨਲ ਵਾਈਸ ਪ੍ਰਧਾਨ ਪ੍ਰੇਮ ਕੁਮਾਰ ਹਿੰਮਤਾ ਜੀ ਕੋਲ। ਪ੍ਰੇਮ ਕੁਮਾਰ ਹਿੰਮਤਾ ਜੀ, ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। ਸਰ, ਜਿੱਥੇ ਦੇਸ਼ ਭਰ ਵਿੱਚ 15 ਅਗਸਤ ਮਨਾਈ ਜਾਂਦੀ ਹੈ, ਪਰ ਤੁਹਾਡਾ ਸਮਾਜ ਤੇ 193 ਕਬੀਲਿਆਂ ਵੱਲੋਂ 31 ਅਗਸਤ ਮਨਾਈ ਜਾਂਦੀ ਹੈ, ਉਹ ਕਿਉਂ ਮਨਾਈ ਜਾਂਦੀ ਹੈ? ਆਪ ਜੀ ਦੇ ਮਾਧਿਅਮ ਰਾਹੀਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ, ਖਾਸ ਕਰਕੇ ਵਿਮੁਕਤ ਜਾਤੀਆਂ ਤੇ ਡੀਐਨਟੀ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਵਿਮੁਕਤ ਜਾਤੀਆਂ ਦੇ ਇਹ ਕਬੀਲੇ ਜਿਹੜੇ ਆ ਦੇਸ਼ ਭਗਤ ਤੇ ਮਾਰਸ਼ਲ ਹਨ। ਔਰ 15 ਅਗਸਤ ਜਿਹੜਾ ਹੈ ਇਹ ਸਮੁੱਚੇ ਭਾਰਤ ਦੇਸ਼ ਦੇ ਵਿੱਚ ਬੜੇ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਹੈ। ਸਾਨੂੰ ਇਸ ਦਿਨ ਦੀ ਖੁਸ਼ੀ ਤਾਂ ਹੈ, ਪਰ ਸਾਨੂੰ ਥੋੜ੍ਹਾ ਜਿਹਾ ਅਫਸੋਸ ਵੀ ਹੈ। ਅਫਸੋਸ ਕਿਸ ਗੱਲ ਦਾ ਹੈ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਲਾਸਾਨੀ ਯੋਗਦਾਨ ਪਾਇਆ ਹੈ, ਉਹ ਅੱਜ ਵੀ ਉਹਨਾਂ ਦੀ ਜਿਹੜੀ ਹਾਲਤ ਬੜੀ ਤਰਸਯੋਗ ਹੈ ਤੇ ਅੱਜ ਵੀ ਉਹ ਆਪਣੇ ਹੱਕਾਂ ਦੇ ਵਾਸਤੇ ਸੰਘਰਸ਼ ਕਰਦੇ ਹੋਏ ਨਜ਼ਰ ਆਉਂਦੇ ਹਨ। ਸੋ ਇਸ ਕਰਕੇ ਅਸੀਂ 31 ਅਗਸਤ ਪ੍ਰੇਮ ਜੀ, 31 ਅਗਸਤ ਹੈ ਕੀ? ਸਤਿਕਾਰਯੋਗ ਵੀਰ ਜੀ ਔਰ ਸਾਥੀਓ, 31 ਅਗਸਤ ਦੇ ਮੈਂ ਆਪ ਜੀ ਨੂੰ ਇਸ ਬਾਰੇ ਦੱਸਣਾ ਚਾਹੁੰਦਾ। ਸੈਪਟੈਂਬਰ 1871 ਨੂੰ ਅੰਗਰੇਜ਼ਾਂ ਨੇ ਇਹਨਾਂ ਕਬੀਲਿਆਂ ਦੇ ਉੱਤੇ ਕ੍ਰਿਮੀਨਲ ਟ੍ਰਾਈਬ ਐਕਟ ਲਗਾਇਆ, ਜੋ ਮਾਨਵਤਾ ਦਾ ਕਾਲਾ ਕਾਨੂੰਨ ਸੀ, ਜਰਾਇਮ ਪੇਸ਼ਾ ਕਾਨੂੰਨ। ਇਹਦਾ ਮਤਲਬ ਹੈ ਇੱਕ ਦਿਨ ਦਾ ਬੱਚਾ ਵੀ ਕ੍ਰਿਮੀਨਲ ਮੰਨਿਆ ਜਾਵੇ, ਜਨਮ ਜਾਤ ਕ੍ਰਿਮੀਨਲ ਮੰਨਿਆ ਜਾਂਦਾ ਹੈ, ਜੋ ਬਹੁਤ ਹੀ ਇੱਕ ਦੁਖਦਾਈ ਗੱਲ ਹੈ ਕਿ ਅੰਗਰੇਜ਼ਾਂ ਨੇ ਸੈਂਕੜੇ ਹਜ਼ਾਰਾਂ ਕਾਨੂੰਨਾਂ ਦੇ ਬਾਵਜੂਦ ਇਹਨਾਂ ਉੱਤੇ ਇਹ ਇੱਕ ਸਪੈਸ਼ਲ ਐਕਟ ਲਗਾਇਆ, ਜਿਹਨੂੰ ਪੜ੍ਹ ਕੇ ਰੋਂਗਟੇ ਖੜੇ ਹੋ ਜਾਂਦੇ ਹੈ ਕਿ ਬਲਕਿ ਸਾਂਸੀ ਸਮਾਜ, ਬਾਉਰੀ ਸਮਾਜ ਤੇ ਹੋਰ ਵੀ ਮੁੱਖ ਜਾਤੀਆਂ ਨੇ ਇਹਨਾਂ ਨੂੰ ਭੁਗਤਿਆ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਵਿਮੁਕਤ ਜਾਤੀਆਂ ਨੇ, ਜਿਨ੍ਹਾਂ ਨੇ ਸੰਘਰਸ਼ ਕੀਤਾ, ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਪਾਇਆ। ਔਰ ਅੰਗਰੇਜ਼ ਕਿਹਦੇ ਖਿਲਾਫ ਸੀ? ਦੇਸ਼ ਭਗਤਾਂ ਦੇ ਖਿਲਾਫ। ਤਾਂ ਇਹਨਾਂ ਨੂੰ ਆਜ਼ਾਦੀ ਤੋਂ ਬਾਅਦ ਸੁਤੰਤਰਤਾ ਸੈਨਾਨੀ, ਫਰੀਡਮ ਫਾਈਟਰ ਦਾ ਖਿਤਾਬ ਮਿਲਣਾ ਚਾਹੀਦਾ ਸੀ, ਪਰ ਨਹੀਂ। ਇਹਨਾਂ ਨੂੰ ਅੰਗਰੇਜ਼ਾਂ ਦੇ ਲਗਾਏ ਕ੍ਰਿਮੀਨਲ ਟ੍ਰਾਈਬ ਐਕਟ ਤੋਂ ਵੀ ਮੁਕਤ ਨਹੀਂ ਕੀਤਾ ਗਿਆ। 1 ਸਾਲ, 2 ਸਾਲ, 5 ਸਾਲ ਤੱਕ ਵੀ ਇਹਨਾਂ ਦੇ ਉੱਤੋਂ ਇਹ ਕ੍ਰਿਮੀਨਲ ਅੰਗਰੇਜ਼ਾਂ ਦਾ ਲਗਾਇਆ ਹੋਇਆ ਕ੍ਰਿਮੀਨਲ ਟ੍ਰਾਈਬ ਐਕਟ ਨਹੀਂ ਹਟਾਇਆ। ਔਰ ਕਦੋਂ ਹਟਾਇਆ? 5 ਸਾਲ 16 ਦਿਨਾਂ ਤੋਂ ਬਾਅਦ 31 ਅਗਸਤ 1952 ਨੂੰ ਇਹਨਾਂ ਵਿਮੁਕਤ ਦੇਸ਼ ਭਗਤ ਮਾਰਸ਼ਲ ਕਬੀਲਿਆਂ ਦੇ ਉੱਤੋਂ ਇਹ ਜਿਹੜਾ ਕ੍ਰਿਮੀਨਲ ਟ੍ਰਾਈਬ ਐਕਟ, ਮਾਨਵਤਾ ਦਾ ਸਭ ਤੋਂ ਕਾਲਾ ਅਤੇ ਗਲਤ ਕਾਨੂੰਨ ਜੋ ਇਹਨਾਂ ਉੱਤੇ ਲਗਾਇਆ ਸੀ, ਉਹ ਹਟਾਇਆ ਗਿਆ। ਇਸ ਕਰਕੇ ਅਸੀਂ ਆਜ਼ਾਦ ਤਾਂ ਅੱਜ ਵੀ, ਉਹਨੂੰ ਆਜ਼ਾਦੀ ਦੇ ਤੌਰ 'ਤੇ ਨਹੀਂ, ਇੱਕ ਤਰ੍ਹਾਂ ਦਾ ਅਸੀਂ ਵਿਮੁਕਤ। ਅਸੀਂ ਪੂਰੀ ਦੁਨੀਆ ਅੰਗਰੇਜ਼ਾਂ ਦੀ ਗੁਲਾਮ ਹੋਈ, ਪਰ ਸਾਂਸੀ, ਬਾਉਰੀ ਤੇ ਵਿਮੁਕਤ ਜਾਤੀਆਂ ਦੇ ਲੋਕ ਗੁਲਾਮ ਨਹੀਂ ਹੋਏ। ਉਹਨਾਂ ਨੇ ਜੰਗਲਾਂ ਵਿੱਚ ਰਹਿਣਾ ਮਨਜ਼ੂਰ ਕਰ ਲਿਆ। ਇਹਨਾਂ ਨਾਲ ਅੰਗਰੇਜ਼ਾਂ ਦੀ ਰੋਟੀ ਬੇਟੀ ਚੋਟੀ, ਉਹਨਾਂ ਦਾ ਧਰਮ ਸਵੀਕਾਰ ਨਹੀਂ ਕੀਤਾ, ਜੰਗਲਾਂ ਵਿੱਚ ਰਹਿਣਾ ਮਨਜ਼ੂਰ ਕਰ ਲਿਆ। ਔਰ ਉਹ ਜੰਗਲਾਂ ਦੇ ਵਿੱਚ ਰਹਿ ਕੇ ਇਹਨਾਂ 'ਤੇ ਛਾਪਾ ਮਾਰ ਗੁਰੀਲਾ ਯੁੱਧ ਕਰਦੇ ਸੀ। ਦੇਸ਼ ਨੂੰ ਆਜ਼ਾਦ ਕਰਨ ਵਾਸਤੇ 3 ਸੀ ਦਲ: ਨਰਮ ਦਲ, ਗਰਮ ਦਲ ਅਤੇ ਗੁਰੀਲਾ ਯੁੱਧ। ਔਰ ਗੁਰੀਲਾ ਯੁੱਧ ਦੇ ਇਹ ਬਾਨੀ ਹੈ, ਇਹ ਸੰਸਥਾਪਕ ਹੈ, ਇਹ ਖੋਜੀ ਹੈ, ਤੇ ਇਹਨਾਂ ਸਾਂਸੀ, ਬਾਉਰੀ ਤੇ ਵਿਮੁਕਤ ਜਾਤੀਆਂ ਦੇ ਲੋਕਾਂ ਨੇ ਗੁਰੀਲਾ ਯੁੱਧ ਦਾ ਜਿਹੜਾ ਹੈ ਖੋਜ ਕੀਤੀ। ਸੋ ਇਸ ਕਰਕੇ ਅਸੀਂ 31 ਅਗਸਤ ਨੂੰ ਹੀ ਆਪਣਾ ਮੁਕਤੀ ਦਿਵਸ ਜਾਂ ਆਜ਼ਾਦੀ ਦਿਹਾੜਾ ਦੇ ਤੌਰ 'ਤੇ ਮਨਾਉਂਦੇ ਹਾਂ ਜੀ। ਸਰ, ਹੈਬਿਚੁਅਲ ਐਕਟ ਤੇ ਵਿਮੁਕਤ ਜਾਤੀਆਂ ਕੀ ਹਨ? ਵੀਰ ਜੀ, ਬੜੇ ਇੱਕ ਮੈਂ ਅਫਸੋਸ ਦੇ ਨਾਲ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ ਇਹਨਾਂ 'ਤੇ ਵਿਮੁਕਤ ਜਾਤੀਆਂ ਦੇ ਦੇਸ਼ ਭਗਤ
ਕਬੀਲਿਆਂ ਦੇ ਉੱਤੋਂ ਜਦੋਂ ਅੰਗਰੇਜ਼ਾਂ ਨੇ ਜਿਹੜਾ ਲਗਾਇਆ ਸੀ ਕ੍ਰਿਮੀਨਲ ਟ੍ਰਾਈਬ ਐਕਟ, ਜਿਹੜਾ ਸਤੰਬਰ 1871 ਨੂੰ ਲਗਾਇਆ, ਜਿੱਦਾਂ ਕਿ ਮੈਂ ਦੱਸਿਆ ਆਪ ਜੀ ਨੂੰ, ਉਹ ਜਦ ਆਜ਼ਾਦੀ ਦੇ 5 ਸਾਲ 16 ਦਿਨਾਂ ਬਾਅਦ, ਕਿਉਂਕਿ ਇਹ ਬਹੁਤ ਗਲਤ ਕਾਨੂੰਨ ਸੀ ਤੇ ਦੁਨੀਆ ਵਿੱਚ ਸ਼ਰਮਸ਼ਾਰ ਹੋਣ ਦੇ ਕਰਕੇ ਇਹਨਾਂ ਦੇ ਉੱਤੇ ਮਜਬੂਰਨ ਜਦੋਂ ਉਹ ਹਟਾਇਆ ਗਿਆ, ਉਹ ਹਟਾਉਣਾ ਵੀ ਨਹੀਂ ਚਾਹੁੰਦੇ ਸੀ, ਉਦੋਂ ਇਹਨਾਂ ਤੇ ਮਜਬੂਰਨ ਕ੍ਰਿਮੀਨਲ ਟ੍ਰਾਈਬ ਐਕਟ ਹਟਾਇਆ, ਪਰ ਹੈਬਿਚੁਅਲ ਆਫੈਂਡਰ ਲਗਾ ਦਿੱਤਾ। ਯਾਨੀ ਜਨਮਜਾਤ ਅਪਰਾਧੀ ਤੋਂ ਆਦਤਨ ਅਪਰਾਧੀ ਨਾਂ ਦਾ ਇਹ ਕਾਨੂੰਨ ਇਹਨਾਂ ਦੇ ਉੱਤੇ ਲਗਾ ਦਿੱਤਾ। ਯਾਨੀ ਕਹਿਣ ਦਾ ਮਤਲਬ ਹੈ ਹੱਥਕੜੀ ਜਾਂ ਬੇੜੀ ਇੱਕ ਹੱਥ ਪੈਰ ਤੋਂ ਲਾ ਕੇ ਦੂਜੇ ਹੱਥ ਪੈਰ ਦੇ ਵਿੱਚ ਪਾ ਦਿੱਤੀ ਗਈ। ਇਹਦਾ ਸਿੱਧਾ ਸਿੱਧਾ ਮੀਨਿੰਗ ਇਹ ਹੈ। ਸੋ ਮੈਂ ਇਹੀ ਦੱਸਣਾ ਚਾਹੁੰਦਾ ਹੈ ਕਿ ਇਹ ਇੱਕ ਤਰ੍ਹਾਂ ਦਾ ਇਹਨਾਂ ਨਾਲ ਬਹੁਤ ਵੱਡਾ ਜ਼ੁਲਮ ਹੈ। ਬਾਕੀ ਤੁਸੀਂ ਸਵਾਲ ਪੁੱਛਿਆ ਵਿਮੁਕਤ ਜਾਤੀਆਂ ਕੀ ਹੈ। 1949-50 ਦੇ ਵਿੱਚ ਆਇੰਗਰ ਰਿਪੋਰਟ ਨੇ ਇਹਨਾਂ ਨੂੰ ਦੇਸ਼ ਭਗਤ ਮੰਨਿਆ, ਮਾਰਸ਼ਲ ਮੰਨਿਆ, ਸ਼ਡਿਊਲ ਟ੍ਰਾਈਬ ਮੰਨਿਆ, ਪਰ ਸਰਕਾਰਾਂ ਦਾ ਹਰ 5 ਸਾਲਾਂ ਦੇ ਬਾਅਦ ਕੁਛ ਨਾ ਕੁਛ ਇਹਨਾਂ ਨੇ ਕਰਨਾ ਹੁੰਦਾ ਹੈ, ਔਰ ਕਰਨਾ ਵੀ ਹੁੰਦਾ ਖਾਨਾ ਪੂਰਤੀ। ਸਰਕਾਰਾਂ ਬਦਲਦੀਆਂ ਗਈਆਂ, ਅਗਲੀਆਂ ਸਰਕਾਰਾਂ ਨੇ ਫਿਰ ਉਸੇ ਆਯੋਗ ਨੂੰ ਬਣਾਇਆ, ਔਰ ਉਹਨਾਂ ਨੇ ਆਯੋਗਾਂ ਨੇ ਇਹਨਾਂ ਨੂੰ ਕਦੇ ਦੇਸ਼ ਭਗਤ, ਮਾਰਸ਼ਲ ਦੱਸਣ ਦੀ ਬਜਾਏ ਕਦੇ ਵਿਮੁਕਤ ਜਾਤੀਆਂ ਦਾ ਨਾਮ ਦਿੱਤਾ, ਕਦੇ ਕਮੰਤੂ, ਅਰਧ ਕਮੰਤੂ, ਡਿਨੋਟੀਫਾਈਡ ਟ੍ਰਾਈਬ, ਸੈਮੀਨੋਮੈਟਿਕ ਦਾ ਨਾਮ ਦਿੱਤਾ। ਯਾਨੀ ਨਾਮ ਇਹਨਾਂ ਨੂੰ ਹਰ ਸਰਕਾਰ, ਹਰ ਆਯੋਗ ਇਹਨਾਂ ਨੂੰ ਨਾਮ ਤਾਂ ਵੱਖਰੇ ਵੱਖਰੇ ਦਿੰਦੇ ਰਹੇ, ਪਰ ਹੱਕ ਕਿਸੇ ਸਰਕਾਰ ਨੇ ਨਹੀਂ ਦਿੱਤਾ। ਇਸ ਕਰਕੇ ਇਹਨਾਂ ਨੂੰ 1949-50 ਦੀ ਰਿਪੋਰਟ ਨੂੰ ਆਧਾਰ ਮੰਨ ਕੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਜਿਹੜੇ ਕਿ ਇਹਨਾਂ ਨੂੰ ਇੱਕ ਨਾਂ ਦਿੱਤਾ ਗਿਆ ਵਿਮੁਕਤ ਜਾਤੀ, ਜਿਹਦੇ ਵਿੱਚ 193 ਦੇਸ਼ ਭਗਤ ਕਬੀਲੇ ਆਉਂਦੇ ਹਨ। ਮੁੱਖ ਤੌਰ ਤੇ ਮੈਂ ਦੱਸ ਦਿੰਦਾ, ਸਾਂਸੀ, ਬਾਉਰੀ, ਬਰੜ, ਬੰਗਾਲਾ ਆਦਿ, ਔਰ ਸਾਂਸੀ ਸਮਾਜ ਦੀਆਂ 33 ਸਬ ਕਾਸਟਾਂ ਜਿਵੇਂ ਕਿ ਗਡਰੀਆ, ਮਣੇਸ਼, ਭੇੜਗੁੱਟ ਔਰ ਬਹੁਤ ਸਾਰੇ ਸਿਕਲੀਗਰ ਆਦਿ, ਇਹ ਸਭ ਸਾਂਸੀ ਸਮਾਜ ਦੇ, ਢੇਰ, ਕੁਚਬੰਦ, ਯਹਾਰਾ, ਇਹ ਸਭ ਸਾਂਸੀ ਸਮਾਜ ਦੀਆਂ ਸਬ ਕਾਸਟਾਂ ਨੇ। ਔਰ ਦੁੱਖ ਇਸ ਗੱਲ ਦਾ ਹੈ ਕਿ ਸਾਂਸੀ ਔਰ ਇਹਦੀਆਂ 33 ਸਬ ਕਾਸਟਾਂ ਦੇ ਵਿੱਚੋਂ ਕੇਵਲ 3 ਨੂੰ SC ਵਿੱਚ ਰੱਖਿਆ, ਮਨੇਸ਼, ਭੇੜਗੁੱਟ ਔਰ ਸਾਂਸੀ ਨੂੰ ਤਾਂ ਸ਼ਡਿਊਲ ਕਾਸਟ ਵਿੱਚ ਰੱਖਿਆ, ਬਾਕੀਆਂ ਨੂੰ ਕਿਸੇ ਨੂੰ OBC ਵਿੱਚ, ਕਿਸੇ ਨੂੰ ਜਰਨਲ ਦੇ ਵਿੱਚ ਰੱਖਿਆ, ਜੋ ਕਿ ਬੜੀ ਇੱਕ ਮੰਦਭਾਗੀ ਗੱਲ ਹੈ। ਔਰ ਅਸੀਂ ਇਹੀ ਚਾਹੁੰਦੇ ਹਾਂ ਕਿ ਅਸਲ ਦੇ ਵਿੱਚ ਇਹ ਸ਼ਡਿਊਲ ਟ੍ਰਾਈਬ ਦੇ ਹੱਕਦਾਰ ਨੇ, ਕਿਉਂਕਿ ਇਹਨਾਂ ਦੀ ਬੋਲੀ ਵੱਖਰੀ, ਇਹਨਾਂ ਦੀ ਜਾਤ ਪੰਚਾਇਤ ਵੱਖਰੀ, ਇਹ ਸਰਕਾਰ ਦੇ ਪੈਰਲਰ ਇੱਕ ਆਪਣੀ ਸਰਕਾਰ ਚਲਾਉਂਦੇ ਨੇ ਔਰ ਆਪਣੇ ਪੂਰਵਜਾਂ ਨੂੰ ਪੂਜਦੇ ਨੇ। ਸਾਰਾ ਕ੍ਰਾਈਟੇਰੀਆ ਜਿਹੜਾ ਇਹ ਸ਼ਡਿਊਲ ਟ੍ਰਾਈਬ ਦਾ ਹੀ ਪੂਰਾ ਕਰਦੇ ਨੇ, ਜਿਹਦੀ ਮੈਂ ਬਹੁਤ ਵੱਡੀ ਐਗਜ਼ਾਮਪਲ ਦੇ ਦਿੰਦਾ। ਸੋਸ਼ੋਲੋਜੀ ਡਿਪਾਰਟਮੈਂਟ ਪਟਿਆਲਾ ਯੂਨੀਵਰਸਿਟੀ ਤੋਂ ਸਤਿਕਾਰਯੋਗ ਪ੍ਰੋਫੈਸਰ ਬੂਟਾ ਸਿੰਘ ਜੀ ਇਨਵੈਸਟੀਗੇਟਰ ਦੇ ਤੌਰ ਤੇ ਸਾਡੇ ਸ਼ਹਿਰ ਦੇ ਵਿੱਚ ਆਏ, ਔਰ ਉਹਨਾਂ ਨੇ ਹੋਰ ਵੀ ਆਸੇ-ਪਾਸੇ ਦੇ ਸ਼ਹਿਰਾਂ ਦਾ, ਪੂਰੇ ਪੰਜਾਬ ਦਾ ਸਰਵੇ ਕੀਤਾ, ਤੇ ਉਹਨਾਂ ਨੇ ਇਹ ਰਿਪੋਰਟ ਬਣਾ ਕੇ ਭੇਜੀ ਕਿ ਹਾਂ, ਸਾਂਸੀ, ਬਾਉਰੀ ਅਤੇ ਹੋਰ ਕਬੀਲਿਆਂ ਦੇ ਵਿੱਚ ਸ਼ਡਿਊਲ ਟ੍ਰਾਈਬ ਦੇ ਲੱਛਣ ਪਾਏ ਗਏ। ਤੇ ਉਹਨਾਂ ਨੇ ਇਹ ਰਿਪੋਰਟ, ਉਦੋਂ ਅਕਾਲੀ ਗੌਰਮੈਂਟ ਸੀਗੀ, ਉਹ ਰਿਪੋਰਟ ਬਣ ਕੇ ਸੈਂਟਰ ਗੌਰਮੈਂਟ ਕੋਲ ਗਈ। ਉਦੋਂ ਕਾਂਗਰਸ ਦੇ ਵਿੱਚ, ਸੈਂਟਰ ਦੇ ਵਿੱਚ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਵਿਮੁਕਤ ਜਾਤੀਆਂ ਦਾ ਨਾਂ ਦਿੱਤਾ ਗਿਆ। ਹਰ ਵਾਰ ਇਹਨਾਂ ਨੂੰ ਨਾਂ ਤਾਂ ਜ਼ਰੂਰ ਦੇ ਦਿੱਤਾ ਗਿਆ, ਆਯੋਗ ਵੀ ਬਣਦੇ ਨੇ, ਸਰਵੇ ਵੀ ਹੁੰਦੇ ਨੇ, ਪਰ ਇਹਨਾਂ ਨੂੰ ਹੱਕ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ। ਇਹਨਾਂ ਨਾਲ ਇਨਸਾਫ ਨਹੀਂ ਹੋਇਆ। ਸਰ, ਹੁਣ ਤੱਕ ਕਿੰਨੇ ਆਯੋਗ ਬਣੇ ਤੇ ਕਿੰਨਿਆਂ ਦਾ ਤੁਸੀਂ ਸਹਿਯੋਗ ਕੀਤਾ? ਅੱਜ ਤੱਕ ਭਾਰਤ ਸਰਕਾਰ ਨੇ ਇਹਨਾਂ ਵਿਮੁਕਤ ਜਾਤੀਆਂ, DNT ਦੇ ਲੋਕਾਂ ਵਾਸਤੇ ਸਮੇਂ-ਸਮੇਂ ਤੇ ਵੱਖਰੇ ਵੱਖਰੇ ਨਾਂ ਦੇ ਆਯੋਗ ਬਣਾਏ। 1949-50 ਤੋਂ ਆਇੰਗਰ ਰਿਪੋਰਟ ਤੋਂ ਲੈ ਕੇ 2021 ਤੱਕ ਦੀ ਮੈਂ ਗੱਲ ਕਰਾਂ ਤਾਂ 11 ਆਯੋਗ ਲਗਭਗ ਭਾਰਤ ਸਰਕਾਰ ਨੇ ਬਣਾਏ, ਜਿਹਦੇ ਵਿੱਚ 2 ਆਯੋਗਾਂ ਦੇ ਵਿੱਚ ਮੈਨੂੰ ਵੀ ਸਹਿਯੋਗ ਕਰਨ ਦਾ ਮੌਕਾ ਮਿਲਿਆ। ਜਿੱਦਾਂ ਕਿ 2006 ਦੇ ਵਿੱਚ ਰੈਣਕੇ ਕਮਿਸ਼ਨ ਬਣਿਆ, ਔਰ ਸਰਵੇ ਵਾਸਤੇ ਅਸੀਂ ਉਹਨਾਂ ਦਾ ਸਹਿਯੋਗ ਕੀਤਾ, ਜਿੱਦਾਂ ਕਿ ਪਟਨੀ ਸਾਹਿਬ ਜੀ, ਔਰ ਉਹਨਾਂ ਦੇ ਨਾਲ ਅਸੀਂ ਪੰਜਾਬ ਦੇ ਵੱਖ-ਵੱਖ ਸੂਬਿਆਂ, ਪੰਜਾਬ ਸੂਬੇ ਤੋਂ ਇਲਾਵਾ ਹੋਰ ਵੀ ਸੂਬਿਆਂ ਦੇ ਵਿੱਚ ਗਏ। ਇਸ ਤੋਂ ਇਲਾਵਾ ਮੌਜੂਦਾ ਮੋਦੀ ਸਰਕਾਰ ਦੇ ਦੌਰਾਨ ਭੀਖੂ ਭਾਈ ਇਦਾਤੇ ਕਮਿਸ਼ਨ ਬਣਿਆ, ਉਹਨਾਂ ਦੇ ਨਾਲ ਵੀ ਅਸੀਂ ਜਿਹੜਾ
ਜਿੱਦਾਂ ਕਿ ਹਰਿਆਣਾ ਔਰ ਪੰਜਾਬ ਦੇ ਸਰਵੇ ਵਿੱਚ, ਪੰਜਾਬ ਦੇ ਵਿੱਚ ਮੈਂ ਉਦੋਂ ਨਹੀਂ ਸੀਗਾ, ਨਾਲ ਉਹਨਾਂ ਦੇ ਗਿਆ ਭੀਖੂ ਭਾਈ ਦਾਤੇ ਦੇ, ਹਾਂ ਪੰਜਾਬ ਦੇ ਕੁਛ ਪਟਿਆਲਾ ਵਗੈਰਾ ਕੁਝ ਗਿਆ ਸੀ, ਔਰ ਇੱਦਾਂ ਹਰਿਆਣੇ ਦੇ ਵਿੱਚ ਵੀ, ਯਾਨੀ ਭੀਖੂ ਭਾਈ ਦਾਤੇ ਆਦਿ ਕਮਿਸ਼ਨ ਦੇ ਵਿੱਚ ਵੀ ਮੈਂ ਥੋੜ੍ਹਾ ਕੋਆਪਰੇਟ ਕੀਤਾ। ਸਰ ਸ਼ਡਿਊਲ ਟ੍ਰਾਈਬ ਕੀ ਹੈ ਤੇ ਸ਼ਡਿਊਲ ਟ੍ਰਾਈਬ ਬਾਰੇ ਚਾਨਣਾ ਪਾਏ। ਸਾਥੀਓ, ਸ਼ਡਿਊਲ ਟ੍ਰਾਈਬ ਔਰ ਸ਼ਡਿਊਲ ਕਾਸਟ, ਮੈਂ ਦੱਸਣਾ ਇਹ ਚਾਹੁੰਦਾ ਹਾਂ, ਇਸ ਵੇਲੇ 193 ਦੇਸ਼ ਭਗਤ ਕਬੀਲਿਆਂ ਦੇ ਵਿੱਚੋਂ, ਇਹਨਾਂ ਮਾਰਸ਼ਲ ਸਮਾਜਾਂ ਦੇ ਵਿੱਚੋਂ ਕੁਛ ਨੂੰ ਹੀ ਐਸਸੀ ਵਿੱਚ ਰੱਖਿਆ, ਯਾਨੀ ਸ਼ਡਿਊਲ ਕਾਸਟ ਦੇ ਵਿੱਚ ਰੱਖਿਆ ਹੈ, ਜਦ ਕਿ ਅਸੀਂ ਲੋਕ ਜੰਗਲਾਂ ਦੇ ਵਿੱਚ ਰਹਿਣ ਕਰਕੇ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਸ਼ੈਕਸ਼ਨਿਕ ਤੌਰ 'ਤੇ, ਸਿੱਖਿਅਕ ਤੌਰ 'ਤੇ ਅਸੀਂ ਬਹੁਤ ਪਿਛੜ ਗਏ, ਰਾਜਨੀਤਿਕ ਤੌਰ 'ਤੇ ਹਰ ਤਰੀਕੇ ਨਾਲ ਅਸੀਂ ਪਿਛੜ ਗਏ, ਔਰ ਸਾਡੇ ਇਹਨਾਂ ਕਬੀਲਿਆਂ ਨੂੰ ਐਸਸੀ ਵਿੱਚ ਕੁਝ ਨੂੰ ਐਸਸੀ ਵਿੱਚ ਰੱਖਿਆ। ਹੁਣ ਜਿੱਦਾਂ ਕਿ ਪੰਜਾਬ ਦੀ ਮੈਂ ਗੱਲ ਕਰਾਂ ਤਾਂ 39 ਜਾਤਾਂ ਦੇ ਲਗਭਗ ਐਸਸੀ ਵਿੱਚ ਰੱਖਿਆ, 39 ਜਾਤਾਂ ਐਸਸੀ ਵਿੱਚ ਹੈਗੀਆਂ, ਔਰ ਉਹਦੇ ਵਿੱਚ ਸਾਡੇ ਕਬੀਲੇ ਦੇ 3 ਸਮਾਜਾਂ ਨੂੰ ਐਸਸੀ ਵਿੱਚ ਰੱਖਿਆ ਗਿਆ, ਪਰ ਉਹਦਾ ਬੈਨੀਫਿਟ ਸਾਨੂੰ 0.5% ਵੀ ਨਹੀਂ ਮਿਲਦਾ, 1% ਵੀ ਨਹੀਂ ਮਿਲਦਾ, ਜੋ ਬਹੁਤ ਸਾਡੇ ਨਾਲ ਇੱਕ ਹੋਰ ਵੀ ਵੱਧ ਕੇ ਜ਼ੁਲਮ ਹੈ। ਇਸ ਕਰਕੇ ਸਾਨੂੰ ਸ਼ਡਿਊਲ ਟ੍ਰਾਈਬ ਬਣਦਾ ਹੈ ਸਾਡਾ ਹੱਕ, ਅਸੀਂ ਸ਼ਡਿਊਲ ਟ੍ਰਾਈਬ ਦਾ ਪੂਰਾ ਕ੍ਰਾਈਟੇਰੀਆ ਪੂਰਾ ਕਰਦੇ ਹਾਂ, ਔਰ ਸ਼ਡਿਊਲ ਟ੍ਰਾਈਬ ਇੱਕ ਐਸੀ ਚੀਜ਼ ਹੈ, ਸਾਨੂੰ ਸ਼ਡਿਊਲ ਟ੍ਰਾਈਬ ਦਾ ਹੀ ਹੱਕ ਮੰਗਣਾ ਚਾਹੀਦਾ, ਉਹੀ ਸਾਨੂੰ ਲੜਾਈ ਲੜਨੀ ਚਾਹੀਦੀ ਹੈ। ਜਿਹੜੀ ਸਾਡੇ ਸੀਨੀਅਰ ਲੀਡਰ ਜਿੱਦਾਂ ਕਿ ਬਲਦੇਵ ਰਾਜ ਗਹਿਰੀ ਜੀ, ਮੰਗਤ ਰਾਮ ਮਾਲਾ ਜੀ ਆਦਿ ਬਹੁਤ ਸਾਰੇ ਐਸੇ ਲੀਡਰ ਸਾਹਿਬਾਨ ਨੇ ਜਿਨ੍ਹਾਂ ਨੇ ਮਤਲਬ ਸ਼ਡਿਊਲ ਟ੍ਰਾਈਬ ਦੀ ਲੜਾਈ ਨੂੰ ਮੁੱਖ ਹੀ ਮੰਨਿਆ ਹੈ, ਔਰ ਪਿਛਲੇ ਕਈ ਸਾਲਾਂ ਤੋਂ ਅਸੀਂ ਸ਼ਡਿਊਲ ਟ੍ਰਾਈਬ ਦੀ ਲੜਾਈ ਲੜਦੇ ਆ ਰਹੇ ਹਾਂ। ਸ਼ਡਿਊਲ ਟ੍ਰਾਈਬ ਸਾਡਾ ਬਣਦਾ ਹੱਕ ਹੈ, ਔਰ ਸਾਨੂੰ ਇਹਦੇ ਵਾਸਤੇ ਹੀ ਆਪਣੀ ਜਿਹੜੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ, ਔਰ ਸਰਕਾਰਾਂ ਨੂੰ ਵੀ ਹੱਥ ਜੋੜ ਕੇ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਸ਼ਡਿਊਲ ਟ੍ਰਾਈਬ ਦਾ ਹੱਕ ਦਿੱਤਾ ਜਾਵੇ, ਕਿਉਂ 5/11/1982 ਨੂੰ ਮਾਣਯੋਗ ਹਰਿਆਣਾ ਹਾਈ ਕੋਰਟ ਨੇ ਸਾਡੇ ਪੱਖ ਦੇ ਵਿੱਚ ਫੈਸਲਾ ਦਿੰਦੇ ਹੋਏ ਗਵਰਨਮੈਂਟ ਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਸਾਂਸੀ, ਬਾਵਰੀ ਤੇ ਵਿਮੁਖ ਜਾਤੀਆਂ ਦੇ ਲੋਕਾਂ ਨੂੰ ਸ਼ਡਿਊਲ ਟ੍ਰਾਈਬ ਦੇ ਵਿੱਚ ਰੱਖਿਆ ਜਾਵੇ। ਸੋ ਕਹਿਣ ਦਾ ਮਤਲਬ ਹੈ, ਉਸ ਤੋਂ ਇਲਾਵਾ ਸੋਸ਼ੋਲੋਜੀ ਡਿਪਾਰਟਮੈਂਟ ਪਟਿਆਲਾ ਯੂਨੀਵਰਸਿਟੀ ਦੀ ਮੈਂ ਤਾਜ਼ਾ ਰਿਪੋਰਟ ਦੀ ਗੱਲ ਕਰਾਂ ਤਾਂ ਇਹਨਾਂ ਨੇ ਵੀ ਸਾਨੂੰ ਸ਼ਡਿਊਲ ਟ੍ਰਾਈਬ ਮੰਨਿਆ। ਇਸ ਤੋਂ ਇਲਾਵਾ ਹਿਊਮਨ ਰਾਈਟ, ਮੈਨੂੰ ਹੋਰ ਵੀ ਕੁਝ ਗੱਲਾਂ ਜਿਹੜੀਆਂ ਇਸ ਵੇਲੇ ਚੇਤੇ ਨਹੀਂ ਆ ਰਹੀਆਂ, ਹੋਰ ਵੀ ਕਈ ਕਮਿਸ਼ਨਾਂ ਨੇ ਸਾਡੇ ਵਿੱਚ ਜਿਹੜਾ ਸ਼ਡਿਊਲ ਟ੍ਰਾਈਬ ਦੇ ਲੱਛਣ ਜਿਹੜੇ ਮੰਨੇ ਆ, ਔਰ ਅਸੀਂ ਹੈ ਹੀ ਸ਼ਡਿਊਲ ਟ੍ਰਾਈਬ ਦੇ ਲੋਕ। ਸ਼ਡਿਊਲ ਟ੍ਰਾਈਬ ਦੇ ਵਿੱਚ ਜਾਣ ਤੋਂ ਬਾਅਦ ਦੋਸਤੋ ਕੀ ਬੈਨੀਫਿਟ ਹੋਏਗਾ? ਆਟੋਮੈਟਿਕ ਹੀ ਤੁਹਾਡੇ ਬੱਚੇ ਨੌਕਰੀਆਂ 'ਤੇ ਲੱਗ ਜਾਣਗੇ, ਕਿਉਂਕਿ ਸਾਡਾ ਵੱਖਰਾ ਜਿਹੜਾ ਹੈ ਇੱਕ ਕੋਟਾ ਹੋ ਜਾਏਗਾ, ਔਰ ਅਸੀਂ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ ਸਾਡਾ ਲੈਵਲ ਉੱਚਾ ਹੋਏਗਾ। ਸਿੱਖਿਆ ਦੇ ਵਿੱਚ, ਰਾਜਨੀਤੀ ਦੇ ਵਿੱਚ ਸਾਡਾ ਬਜਟ ਸਭ ਵੱਖਰਾ ਹੋ ਜਾਏਗਾ। ਇਸ ਕਰਕੇ ਮੈਂ ਸਾਰੇ ਹੀ ਵਿਮੁਕਤ ਜਾਤੀਆਂ ਦੇ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ, ਸਾਥੀਆਂ ਨੂੰ, ਕਿ ਉਹ ਆਪਣਾ ਸ਼ਡਿਊਲ ਟ੍ਰਾਈਬ ਦਾ ਆਪਣਾ ਜਾਰੀ ਰੱਖਣ ਸੰਘਰਸ਼, ਔਰ ਸਰਕਾਰਾਂ ਤੋਂ ਇਹ ਹੱਕ ਸਾਨੂੰ ਛੇਤੀ ਤੋਂ ਛੇਤੀ ਲੈ ਲੈਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਮੈਂ ਇੱਕ ਆਪ ਜੀ ਨੂੰ ਇਹ 2012 ਦੇ ਵਿੱਚ ਇੱਕ ਨਿਊਜ਼ ਲੱਗੀ ਸੀ ਕਿ ਸਾਂਸੀ ਕਮਿਊਨਿਟੀ ਮੇ ਸੂਨ ਗੈਟ ਐਸਟੀ ਸਟੇਟਸ, ਕਿ ਸਾਂਸੀ ਸਮਾਜ ਦੇ ਲੋਕ ਛੇਤੀ ਹੀ ਸਾਂਸੀ ਸਮਾਜ ਦੇ ਲੋਕ ਛੇਤੀ ਹੀ ਸ਼ਡਿਊਲ ਟ੍ਰਾਈਬ ਦਾ ਸਟੇਟਸ ਪਾ ਲੈਣਗੇ। ਪਰ ਅਸੀਂ ਕਿੱਥੇ, ਉਹ 2012 ਦੇ ਵਿੱਚ ਇਹ ਸੰਘਰਸ਼ ਬਹੁਤ ਤੇਜ਼ੀ ਨਾਲ ਸਾਨੂੰ ਕਰਕੇ ਔਰ ਹੱਕ ਲੈ ਲੈਣਾ ਚਾਹੀਦਾ ਸੀ, ਸਰਕਾਰਾਂ ਨੂੰ ਸਾਨੂੰ ਦੇ ਵੀ ਦੇਣਾ ਚਾਹੀਦਾ ਸੀ। ਸਰਕਾਰਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਬਹੁਤ ਅਤੀ ਦਲਿਤ, ਵੰਚਿਤ ਤੇ ਬਹੁਤ ਹੀ ਪਿਛੜੇ ਹੋਏ ਸਮਾਜ ਹੈ, ਔਰ ਥੋੜੀ ਲੀਡਰਸ਼ਿਪ ਦੀ ਵੀ ਇਹ ਸਮਝੋ ਕਿ ਘਾਟ ਹੈ। ਇਸ ਕਰਕੇ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਇਹਨਾਂ ਦੇ ਬਣਦਾ ਹੱਕ ਦੇ ਦਿੱਤਾ ਜਾਵੇ, ਕਿਉਂਕਿ ਕੋਈ ਵੀ ਦੇਸ਼ ਉਦੋਂ ਤੱਕ ਸਾਥੀਓ ਕਾਮਯਾਬ ਨਹੀਂ ਹੋ ਸਕਦਾ ਜਦੋਂ ਤੱਕ ਉਹ ਸਾਰੇ ਹੀ ਸਮਾਜਾਂ ਨੂੰ ਨਾਲ ਲੈ ਕੇ ਨਾ ਚੱਲੇ। ਜਿਸ ਤਰ੍ਹਾਂ ਕਿ ਇੱਕ ਸਰੀਰ ਹੈ, ਇੱਕ ਸਰੀਰ ਦਾ ਇੱਕ ਹੱਥ ਇੱਕ ਪੈਰ ਖਰਾਬ ਹੈ ਔਰ ਬਾਕੀ ਸਰੀਰ ਨੂੰ ਅਸੀਂ ਸੰਵਾਰੀਏ, ਉਹ ਗੱਲ ਨਹੀਂ ਬਣਦੀ। ਇਸ ਕਰਕੇ ਦੇਸ਼ ਦੇ ਵਿੱਚ ਸਾਰੇ ਹੀ ਸਮੁਦਾਇ,
ਸਾਰੀਆਂ ਹੀ ਜਾਤੀਆਂ ਦੇ ਸੰਪੂਰਨ ਵਿਕਾਸ ਜਿਸ ਦਿਨ ਹੋਏਗਾ ਉਦੋਂ ਭਾਰਤ ਵਿਸ਼ਵ ਸ਼ਕਤੀ ਬਣੇਗਾ ਔਰ ਸੋਨੇ ਦੀ ਚਿੜੀਆ ਬਣੇਗਾ। ਇਸ ਕਰਕੇ ਮੈਂ ਸਰਕਾਰਾਂ ਨੂੰ ਇਹ ਬੇਨਤੀ ਕਰਦਾ ਕਿ ਸੱਚੇ ਹਿਰਦੇ ਤੇ ਸੱਚੇ ਮਨੋਂ ਸਾਰੇ ਲੀਡਰ ਸਾਹਿਬਾਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਯਕੀਨ ਕਰੋ, ਸਾਂਸੀ, ਬਾਉਰੀ, ਵਿਮੁਖ ਜਾਤੀਆਂ, ਇਹਨਾਂ ਦੇਸ਼ ਭਗਤ ਮਾਰਸ਼ਲ ਕਬੀਲਿਆਂ ਦਾ ਇਹ ਬਣਦਾ ਹੱਕ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਇਹ ਵੀ ਜ਼ਿੰਦਗੀ ਦੇ ਵਿੱਚ ਸੁੱਖ ਦਾ ਅਹਿਸਾਸ ਕਰਨ। ਧੰਨਵਾਦ। ਰਾਜਾ ਸਾਂਸੀ ਇੰਟਰਨੈਸ਼ਨਲ 에ਅਰਪੋਰਟ ਬਾਰੇ ਸਰ ਕੀ ਕਹਿਣਾ ਚਾਹੋਗੇ ਤੁਸੀਂ? ਦੋਸਤੋ, ਇਹ ਵੀ ਮੈਨੂੰ ਗੱਲ ਦੱਸਣ ਲੱਗਿਆ ਬੜਾ ਦਿਲ ਦੇ ਵਿੱਚ ਫੀਲ ਹੋ ਰਿਹਾ ਹੈ ਕਿ ਸਾਡੇ ਅੰਗਰੇਜ਼ਾਂ ਤੋਂ ਬਾਅਦ ਜਿਹੜੇ ਦੇਸ਼ ਦੇ ਹੁਕਮਰਾਨ ਰਹੇ ਆ ਉਹਨਾਂ ਨੇ ਸਾਡੇ ਨਾਲ ਇਹ ਕਿਉਂ ਕੀਤਾ? ਸਾਡੇ ਇਤਿਹਾਸ ਨੂੰ ਖੁਰਦ-ਬੁਰਦ ਕੀਤਾ ਗਿਆ ਹੈ। ਜਿੱਥੇ ਇਹਨਾਂ ਨੇ ਲਾਸਾਨੀ ਯੋਗਦਾਨ ਪਾਇਆ ਹੈ ਉਹ ਦੱਸਣ ਦੀ ਬਜਾਏ ਇਹਨਾਂ ਦੇ ਇਤਿਹਾਸ ਨੂੰ ਖੁਰਦ-ਬੁਰਦ ਕੀਤਾ। ਚਲੋ ਕੋਈ ਗੱਲ ਨਹੀਂ। ਲੈਪਲ ਗ੍ਰਿਫਨ, ਮੁਹੰਮਦ ਸ਼ਾਹ ਲਤੀਫ, ਗੁਰਨਾਮ ਸਿੰਘ ਜੀ ਮੁਕਤਸਰ, ਸ਼ੇਰ ਸਿੰਘ ਸ਼ੇਰ ਜੈਸੇ ਮਹਾਨ ਰਾਈਟਰਾਂ ਨੇ ਇਹਨਾਂ ਨੂੰ ਦੇਸ਼ ਭਗਤ ਮੰਨਿਆ। ਔਰ ਮੈਂ ਇੱਕ ਗੱਲ ਇਹ ਦੱਸਣਾ ਚਾਹੁੰਦਾ ਹਾਂ ਕਿ ਅਜੋਕੇ ਸਮੇਂ ਦੇ ਵਿੱਚ ਵੀ ਇਹਨਾਂ ਨਾਲ ਜ਼ੁਲਮ ਹੋ ਰਿਹਾ। ਆਲ ਓਵਰ ਵਰਲਡ ਦੇ ਵਿੱਚ ਸਾਡੇ ਨਾਂ ਤੇ ਇੱਕੋ ਇੱਕ ਨਿਸ਼ਾਨੀ ਸੀ, ਰਾਜਾ ਸਾਂਸੀ ਇੰਟਰਨੈਸ਼ਨਲ 에ਅਰਪੋਰਟ। ਜਦੋਂ ਇਹ ਇੰਟਰਨੈਸ਼ਨਲ ਹੋ ਗਿਆ ਉਹਦੇ ਸਾਲ 2 ਸਾਲ ਬਾਅਦ ਇਹਨਾਂ ਨੇ ਇਸ ਰਾਜਾ ਸਾਂਸੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਬਦਲ ਦਿੱਤਾ। ਦੇਖੋ, ਗੁਰੂਆਂ ਦਾ ਆਦਰ ਅਸੀਂ ਕਰਦੇ ਹਾਂ, ਪਰ ਗੁਰੂਆਂ ਦੀ ਆੜ ਦੇ ਵਿੱਚ ਇਹਦਾ ਨਾਮ ਬਦਲਣਾ ਔਰ ਸਾਂਸੀ ਸਮਾਜ ਦੀ ਪਹਿਚਾਨ ਨੂੰ ਨੇਸ਼ਤਾ ਨਾਬੂਦ ਕਰਨਾ ਇਹ ਇੱਕ ਕੋਝੀ ਸਿਆਸਤ ਹੈ। ਮੈਂ ਦੱਸਣਾ ਇਹ ਚਾਹੁੰਦਾ ਹਾਂ ਕਿ ਇੱਕ ਮੈਂ ਗੱਲ ਪੜ੍ਹਨਾ ਚਾਹੁੰਦਾ ਹਾਂ। ਬਕੌਲ ਏ ਸਮਿਥ ਇੱਕ ਮਹਾਨ ਰਾਈਟਰ ਹੋਏ, ਉਹਨਾਂ ਨੇ ਕਿਹਾ ये लोग सब कुछ बर्दाश्त कर सकते हैं परंतु विदेशी हुकूमत को सहन नहीं कर सकते। इनका कसूर यही था कि ये लोग देशभक्त थे। अंग्रेजों ने इन्हें बागी करार दिया। मैं दोस्तों ये कहना कि वतन के नाम पे खुशी से जो हुए वे वतन, उनकी आह वे असर, उनकी लाश बेकफन। ਜਿਹੜੇ देश वास्ते मर मिटे, जंगलों में रहना कबूल कर लिया, अंग्रेजों का धर्म स्वीकार नहीं किया, किसी दी इन्हां दी गुलामी स्वीकार नहीं की, अपने देश को आज़ाद करने वास्ते जंगलों के विच रह के पूरे भारत दे विच फैल गए और छापा मार गुरीला युद्ध करके अंग्रेजों नूं बई असीं इन्हां फिरंगियां नूं देश दे विचों बाहर करना है, ये मन दे विच तहैया कीता सी इन्हां ने और उसके तहत ये पूरे देश दे विच फैल गए। जैसा देश वैसा देश, और ये बिखर गए। इन्हां दे नाम भी वखरे वखरे रख दिते गए। सरकारां तो असीं मंग भी करते हैं कि इन्हां दी कोई एक अद्धी जे पहचान बची भी है तो रब दा वास्ता उन्हां नूं मिटाओ ना, उन्हां नूं मिटाओ। अखीर विच प्रेम कुमार हिंसा जी DNT समाज ते विमुक्त जातियां 31 अगस्त के संबंध विच तुसीं की मैसेज देना चाहुंदे हो? साथियों, मैं सारे ही समाज नूं हथ जोड़ के अपील करना चाहुंदा हाँ, जे तुसीं समाज दे वास्ते वास्तव दे विच फिक्रमंद हो, असीं समाज दे उस तबके बारे नहीं सोचना जिहड़े कि वैल सैटल ने, उस बारे सोचना जिहड़े कि लोड़वंदां दी आखिरी कतार दे विच और बहुत ही बदतर हालत दे विच इस कीमती मनुखी जामे नूं खत्म करन ते मजबूर हन। सो साथियों, मेरी बेनती आप जी नूं हथ जोड़ के यही है कि जिस तरह अंग्रेज ही नहीं सारे ही साडे एके दी कसमां खांदे सी ते अंग्रेज साडे एके तो खौफ ज़्यादा सी, आओ अज असीं ओह एकता कायम करके दिखाइए, कायम करके दिखाइए। क्योंकि मैं तो इत्थों तक कहांगा, सांसी बाउरी विमुक्त जातियां तो अलावा समुचे DNT समाज के लोगों नूं 31 अगस्त तो 15 सितंबर तक मुक्ति दिवस मनाउणा चाहिए है। ये 15 दिन जोश उत्साह दे नाल एकमिक होके पूरे सहयोग के नाल सानू ये दिहाड़ा मुक्ति दिवस मनाउंदे रहना चाहिए। 15वाड़ा
31 ਅਗਸਤ ਤੋਂ 15 ਸਤੰਬਰ ਤੱਕ ਇਹ ਮਨ ਦੇ ਵਿੱਚ ਅਸੀਂ ਤਹਈਆ ਕਰ ਲਈਏ। ਔਰ ਦੂਸਰੇ ਪਾਸੇ ਮੈਂ ਗੱਲ ਕਰਾਂਗਾ ਸਾਥੀਓ, ਸਾਡਾ ਜਿਹੜਾ ਇਤਿਹਾਸ ਬਹੁਤ ਗੌਰਵਸ਼ਾਲੀ ਹੈ, ਪਰ ਸਾਡੇ ਨਾਲ ਜ਼ੁਲਮ ਹੋ ਰਿਹਾ ਹੈ ਕਿ ਜਿਹੜੇ ਦੇਸ਼ ਦੇ ਗੱਦਾਰ ਤੇ ਅੰਗਰੇਜ਼ਾਂ ਦੇ ਪਿੱਠੂ ਸੀ ਉਹ ਅੱਜ ਸਾਡੇ ਉੱਤੇ ਜ਼ੁਲਮ ਕਰ ਰਹੇ ਆ। ਇਸ ਕਰਕੇ ਸਾਨੂੰ ਅੱਜ ਸਮੇਂ ਦੀ ਮੰਗ ਹੈ, ਅਸੀਂ ਆਪਣੇ ਛੋਟੇ ਮੋਟੇ ਗਿਲੇ ਸ਼ਿਕਵੇ ਮਿਟਾ ਕੇ ਔਰ ਅਹੁਦਿਆਂ ਨੂੰ ਪਾਸੇ ਰੱਖ ਕੇ ਸਮਾਜ ਨੂੰ ਪਹਿਲ ਦੇ ਆਧਾਰ ਤੇ ਰੱਖ ਕੇ ਸਮਾਜ ਨੇ ਜੇ ਦਰਦ ਨੂੰ ਸਮਝਦੇ ਹੋਏ ਆਪਣੇ ਅੰਦਰ ਉਹ ਗੱਲ ਲਿਆਈਏ ਕਿ ਸਾਡੇ ਸਮਾਜ ਦੇ ਕੁਝ ਪ੍ਰਤੀ ਭਾਵਨਾ ਪਤਾ ਲੱਗੇ। ਸੋ ਮੈਂ ਅੰਤ ਦੇ ਵਿੱਚ ਇੱਕ ਸ਼ੇਰ ਦੇ ਨਾਲ ਗੱਲ ਨੂੰ ਸਮਾਪਤ ਕਰਾਂਗਾ। कौम की फिक्र कर नादां कयामत आने वाली है, तुम्हारी बर्बादियों के चर्चे होंगे आसमानों में, अगर आज भी न संभले विमुक्त जातियों के लोगों तो तुम्हारी दास्तां तक न रहेगी दास्तानों में। शुक्रिया, मेहरबानी, धन्यवाद। उम्मीद करांगा कि तुसी मेरे सुनेहे नूं, मेरी इस बेनती नूं प्रवान करोगे और तुसी एकमिक होके वही ताकत दिखाओगे। धन्यवाद। ਇਹ ਸਨ ਪ੍ਰੇਮ ਕੁਮਾਰ ਹਿੰਮਤਾ ਜੀ, ਜਿਨ੍ਹਾਂ ਨੇ ਵਿਮੁਕਤ ਜਾਤੀਆਂ ਤੇ DNT ਸਮਾਜ ਬਾਰੇ ਜਾਣਕਾਰੀ ਦਿੱਤੀ।